listening video, we will do the question answers. First, we have write one word in the blanks. ਸਭ ਤੋਂ ਪਹਿਲਾਂ ਆਪਾਂ ਕੀ ਕਰਨਾ, ਬਲੈਂਕਸ ਦੇ ਵਿੱਚ ਖਾਲੀ ਥਾਵਾਂ ਦਿੱਤੀਆਂ ਨੇ, ਇਹਨਾਂ ਦੇ ਵਿੱਚ ਆਪਾਂ ਇੱਕ ਸ਼ਬਦ ਭਰਨਾ। ਨੇਮ ਵਾਜ਼ ਮਾਈ ਵਾਰਡਮੇਟ ਇਨ ਦਾ ਡੈਸ਼ ਨਨ ਐਜ਼ ਨੰਬਰ 29 ਦੈਟ ਬੀਇੰਗ ਦਾ ਨੰਬਰ ਆਫ ਹਿਸ ਬੈੱਡ। ਤਾਂ ਸਭ ਤੋਂ ਪਹਿਲਾਂ ਕੀ ਹੋਇਆ, ਨਿਯਮ ਸੀ ਜਿਹੜਾ ਵਾਰਡਮੇਟ ਸੀ ਜਿਸ ਨੂੰ 29 ਨੰਬਰ ਦੇ ਨਾਲ ਕਿਹਾ ਜਾਂਦਾ ਸੀ, ਅਤੇ ਉਹਨੂੰ ਤਾਂ ਕਿਹਾ ਜਾਂਦਾ ਸੀ ਕਿਉਂਕਿ ਉਸਦਾ ਬੈੱਡ ਦਾ ਨੰਬਰ 29 ਸੀ, ਅਤੇ ਉਹ ਉਹਨੂੰ ਕਿੱਥੇ ਮਿਲਿਆ ਸੀ, ਹੌਸਪੀਟਲ ਦੇ ਵਿੱਚ। ਫਸਟ ਹੌਸਪੀਟਲ ਆਏਗਾ। ਹੀ ਵਾਜ਼ ਦਾ ਸੋਫਟ ਸਪੋਕਨ, ਉਹ ਸੋਫਟ ਜਿਹਾ ਬੋਲਦਾ ਸੀ। ਚੇਅਰਫੁਲ, ਖੁਸ਼ ਸੀ। ਹੂ ਕੰਫਰਟਡ ਮੀ ਵਿਦ ਮੈਨੀ ਡੈਸ਼ ਮੈਨੀ ਅ ਸਟੋਰੀ ਲਿਖ ਦੇਣਾ, ਠੀਕ ਹੈ। ਉਹਦੀਆਂ ਜਿਹੜੀਆਂ ਕਹਾਣੀਆਂ ਪਾਉਂਦਾ ਸੀ ਉਹ ਮੈਨੂੰ ਕੀ ਕਰਦੀਆਂ ਸੀ, ਆਰਾਮ ਦਿੰਦੀਆਂ ਸੀ। ਆਈ ਹਾਰਡਲੀ ਨਿਊ ਅਬਾਊਟ ਹਿਮ, ਮੈਨੂੰ ਉਸ ਦੇ ਬਾਰੇ ਘੱਟ ਜਾਣਕਾਰੀ ਹੈ। ਹੀ ਵੁੱਡ ਇਮੀਡੀਏਟਲੀ ਡਿਸਕ੍ਰਾਈਬ ਦਾ ਡੈਸ਼ ਆਊਟਸਾਈਡ ਦਾ ਵਿੰਡੋ ਦਾ ਹੋਲ ਡੇ, ਉਹ ਬਾਹਰਲੇ ਜਿਹੜੇ ਦ੍ਰਿਸ਼ ਸੀ, ਖਿੜਕੀ ਦੇ ਬਾਹਰ ਕੀ ਸੀ ਦ੍ਰਿਸ਼ ਸੀ, ਉਹਨਾਂ ਨੂੰ ਸਾਰਾ ਦਿਨ ਦੱਸਦਾ ਸੀ। ਕੀ ਦੱਸਦਾ ਸੀ, ਸੀਨ। ਐਵਰੀ ਮੋਰਨਿੰਗ ਆਫਟਰ ਬ੍ਰੇਕਫਾਸਟ ਨਯਮ ਵੁੱਡ ਕਮ ਟੂ ਮਾਈ ਬੈੱਡ ਐਂਡ ਡਿਸਕ੍ਰਾਈਬ ਅ ਸੀਨ ਇਨ ਹਿਸ ਡਰੀਮੀ ਵੋਇਸ। ਹਰ ਸਵੇਰ ਉਹ ਨਾਸ਼ਤੇ ਤੋਂ ਬਾਅਦ ਨਯਮ ਉਸਦੇ ਬੈੱਡ ਕੋਲ ਆਉਂਦਾ ਅਤੇ ਉਸਨੂੰ ਉਸਦੇ ਜਿਹੜੇ ਦ੍ਰਿਸ਼ ਸੀ ਉਹਨਾਂ ਨੂੰ ਸੁਣਾਉਂਦਾ ਸੁਫਨਾਈ ਆਵਾਜ਼ਾਂ ਦੇ ਵਿੱਚ। ਹੀ ਵੁੱਡ ਮੇਕ ਮੀ ਡਰੋ ਆਲ ਦਾ ਮੈਜਿਕ ਡੈਸ਼ ਸੀਨਰੀ, ਤਾਂ ਉਹ ਡ੍ਰੀਮਲੈਂਡ ਦੀ ਸੀਨਰੀ ਦੇ ਬਾਰੇ ਦੱਸਦਾ। ਲੋਸਟ ਇਨ ਦਾ ਵਰਲਡ ਆਫ ਕਲਰਸ ਆਈ ਫੋਰਗਟ ਅਬਾਊਟ ਮਾਈ ਬਲਾਈਂਡਨੈਸ, ਤਾਂ ਇਹਨਾਂ ਰੰਗਾਂ ਦੇ ਵਿੱਚ ਜਿਹੜੀ ਪੇਂਟਿੰਗ ਕਰਨ ਲੱਗ ਗਿਆ ਸੀ ਮੈਂ, ਉਹਨਾਂ ਦੇ ਵਿੱਚ ਭੁੱਲ ਕੇ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਅੰਨਾ ਹੋ ਚੁੱਕਿਆ ਹਾਂ। ਕਰੈਕਟ ਆਪਸ਼ਨ 6 ਹੈ ਰੋਹਨ ਵਿਜ਼ਿਟਡ ਦਾ ਹੌਸਪੀਟਲ ਵਿਦ, ਕਿਹਦੇ ਨਾਲ ਗਿਆ ਸੀ ਹੌਸਪੀਟਲ 'ਚ, ਹਿਸ ਪੇਰੈਂਟਸ, ਆਪਣੇ ਮਾਤਾ ਪਿਤਾ ਦੇ ਨਾਲ ਗਿਆ ਸੀ। ਰੋਹਨਸ ਅੰਕਲ ਹੈਡ, ਰੋਹਨ ਦੇ ਅੰਕਲ ਨੂੰ, ਚਾਚੇ ਨੂੰ ਕੀ ਹੋ ਗਿਆ ਸੀ, ਨਿਮੋਨੀਆ ਹੋਇਆ ਸੀ। ਦ ਡਾਕਟਰ ਟਰੀਟਡ ਰੋਹਨਸ ਅੰਕਲ, ਅੰਕਲ ਨੂੰ ਉਹਨਾਂ ਨੇ ਕਿਵੇਂ ਕੀਤਾ ਸੀ ਟਰੀਟ ਪ੍ਰੋਪਰਲੀ। ਡੈਸ਼ ਵਰ ਵੇਟਿੰਗ ਫੋਰ ਦੇਅਰ ਟਰਨਸ ਪੇਸ਼ੈਂਟਲੀ, ਤਾਂ ਕੌਣ ਆਪਣੀ ਵਾਰੀ ਦੇ ਲਈ ਉਡੀਕ ਕਰ ਰਹੇ ਸਨ, ਪੀਪਲ, ਲੋਕ। ਦੇਅਰ ਵਾਜ਼ ਡੈਸ਼ ਐਂਡ ਸਾਇਲੈਂਸ ਆਲ ਅਰਾਊਂਡ, ਚਾਰੇ ਪਾਸੇ ਕੀ ਸੀ, ਕਾਮਨੈਸ, ਸ਼ਾਂਤੀ ਸੀ, ਠੰਡਾਪਨ ਸੀ। ਹਾਊ ਡਿਡ ਨਯਮ ਹੈਲਪ ਦਾ ਆਥਰ ਟੂ ਰੀਗੇਨ ਹਿਜ਼ ਆਈਸਾਈਟ, ਕਿ ਉਸਨੇ ਜਿਹੜਾ ਲੇਖਕ ਸੀ ਸਾਡਾ ਔਥਰ ਜਿਹੜਾ ਸੀ ਉਸਨੂੰ ਅੱਖਾਂ ਦੀ ਨਿਗਾਹ ਵਾਪਸ ਲਿਆਉਣ 'ਚ ਸਹਾਇਤਾ ਕਿਵੇਂ ਕੀਤੀ ਸੀ। ਤਾਂ ਹਿੰਟ ਦਿੱਤੇ ਹੋਏ ਨੇ, ਦਾ ਸੈਕਿੰਡ ਆਪਰੇਸ਼ਨ ਫੇਲਡ, ਠੀਕ ਹੈ। ਆਫਟਰ ਜਦੋਂ ਉਹਦਾ ਸੈਕਿੰਡ ਆਪਰੇਸ਼ਨ ਕੀ ਹੋ ਗਿਆ, ਫੇਲ ਹੋ ਗਿਆ। ਦਾ ਆਊਥਰ ਲੈਫਟ ਵਿਦ ਨੋ ਮਨੀ, ਤਾਂ ਇਹਨੂੰ ਸਾਰੀ ਨੂੰ ਇੱਕ ਲਾਈਨ ਆਪਾਂ ਬਣਾਉਣਾ ਹੈ, ਤਾਂ ਕਿ ਆਪਾਂ ਇੱਥੇ ਫੁੱਲ ਸਟੋਪ ਲਾ ਦਾਂਗੇ। ਟੀ ਦੀ ਜਿਹੜੀ ਟੀ ਵੱਡੀ ਪਾ ਦਾਂਗੇ ਹੈ ਨਾ, ਫੇਲਡ ਤੋਂ ਬਾਅਦ ਫੁੱਲ ਸਟੋਪ ਲਗਾ ਦਾਂਗੇ, ਫਿਰ ਟੀ ਵੱਡੀ ਪਾ ਦਾਂਗੇ। ਦਾ ਆਊਥਰ ਲੈਫਟ ਵਿਦ ਨੋ ਮਨੀ, ਉਹਦੇ ਕੋਲ ਕੋਈ ਪੈਸਾ ਨਹੀਂ ਰਹਿ ਗਿਆ ਸੀ। ਸਮਵਨ ਬੋਟ ਹਿਜ਼ ਪੇਂਟਿੰਗਸ, ਫਿਰ ਇੱਕ ਦਿਨ ਕਿਸੇ ਨੇ ਉਹਦੀਆਂ ਪੇਂਟਿੰਗਸ ਖਰੀਦ ਲਈਆਂ। ਅਤੇ ਥਰਡ ਆਪਰੇਸ਼ਨ ਉਹਦਾ ਸਕਸੈਸਫੁਲ ਹੋ ਗਿਆ। ਅਤੇ ਨਯਮ ਵਾਜ਼ ਦਾ ਬਾਇਰ, ਨਯਮ ਨੇ ਵਾਜ਼ ਦਾ ਬਾਇਰ ਆਫ ਪੇਂਟਿੰਗਸ, ਦਾ ਨਯਮ ਨੇ ਉਹਦੀਆਂ ਪੇਂਟਿੰਗ ਖਰੀਦ ਲਈਆਂ ਸੀ। ਇਸ ਤਰ੍ਹਾਂ ਤੁਸੀਂ ਇਹਨਾਂ ਸਾਰੀਆਂ ਲਾਈਨਸ ਨੂੰ ਬਣਾ ਕੇ ਇੱਕ ਫੁੱਲ ਜਿਹੜਾ ਹੈਗਾ ਕੁਐਸਚਨ ਦਾ ਆਨਸਰ ਬਣਾ ਦੇਣਾ। ਅੱਗੇ ਪ੍ਰੈਕਟਿਸ ਦਿੱਤੀ ਹੋਈ ਆਪਾਂ ਨੂੰ, ਇਹ 'ਚ ਆਪਾਂ ਕਨਵਰਸੇਸ਼ਨ ਕਰਨੀ ਹੈ, ਵਾਰਤਾਲਾਪ ਕਰਨੀ ਆ। ਨੀਤੂ ਆ, ਇੱਕ ਅਨੀਤਾ ਆ ਗਈ, ਦੋਨੇ ਇੱਕ ਦੂਸਰੇ ਨਾਲ ਗੱਲਾਂ ਕਰਦੀ ਨਾ। ਨੀਤੂ ਕਹਿੰਦੀ ਹੈ ਹੈਲੋ ਅਨੀਤਾ, ਹਾਊ ਆਰ ਯੂ, ਦੂਸਰੀ ਕਹਿੰਦੀ ਆਈ ਐਮ ਫਾਈਨ ਨੀਤੂ। ਨੀਤੂ ਕਹਿੰਦੀ ਹੈ ਵਾਟ ਆਰ ਯੂ ਡੂਇੰਗ ਇਨ ਦਾ ਐਵਰੀ ਫੋਲੋਇੰਗ ਸੈਂਟੈਂਸਿਸ। ਹੁਣ ਕਰੈਕਟ ਆਰਡਰ ਦੇ ਵਿੱਚ ਲਿਖਾਂਗੇ ਕਿਹੜਾ ਵਾਕ ਪਹਿਲਾਂ ਆਏਗਾ ਅਤੇ ਕਿਹੜਾ ਪਿੱਛੇ। ਸਾਡੇ ਕੋਲ ਹੈ ਓਬਜੈਕਟਿਵ ਟਾਈਪ ਕੁਐਸਚਨਸ, ਇੱਕ ਨੰਬਰ ਦੇ ਕੁਐਸਚਨ। ਫਸਟ ਹੈ ਨਯਮ ਵਾਜ਼ ਇਨ ਦਾ ਹੌਸਪੀਟਲ ਵੈਨ ਦਾ ਔਥਰ ਰੀਗੇਨਡ ਹਿਜ਼ ਆਈਸਾਈਟ, ਨਯਮ ਹੌਸਪੀਟਲ ਦੇ ਵਿੱਚ ਸੀ ਜਦੋਂ ਲੇਖਕ ਦੀ ਨਿਗਾਹ ਵਾਪਸ ਆਈ। ਤਾਂ ਇਹ ਕੀ ਹੈ, ਗਲਤ, ਕਿਉਂਕਿ ਨਯਮ ਲੈਫਟ ਦਾ ਹੌਸਪੀਟਲ, ਨਯਮ ਹੌਸਪੀਟਲ ਦੇ ਵਿੱਚੋਂ ਜਾ ਚੁੱਕਾ ਸੀ। ਸੈਕਿੰਡ ਹੈ ਹੂ ਡਿਡ ਦਾ ਆਥਰ ਮੀਟ ਇਨ ਦਾ ਹੌਸਪੀਟਲ ਵਾਰਡ, ਹਸਪਤਾਲ ਦੇ ਵਿੱਚ ਲੇਖਕ ਕਿਸ ਨੂੰ ਮਿਲਦਾ ਹੈ, ਤਾਂ ਨਯਮ ਨੂੰ ਮਿਲਦਾ ਹੈ, ਏ। ਥਰਡ ਦਾ ਆਥਰ ਰੀਗੇਨਡ ਹਿਜ਼ ਆਈਸਾਈਟ ਆਫਟਰ ਦਾ ਡੈਸ਼ ਆਪਰੇਸ਼ਨ, ਕਿਹੜੇ ਆਪਰੇਸ਼ਨ ਤੋਂ ਬਾਅਦ ਉਹਦੀ ਅੱਖਾਂ ਦੀ ਨਿਗਾਹ ਵਾਪਸ ਆਉਂਦੀ ਹੈ, ਤੀਸਰੇ ਆਪਰੇਸ਼ਨ ਤੋਂ ਬਾਅਦ। ਥਰਡ ਦਾ ਆਥਰ ਵਾਜ਼ ਡੈਸ਼ ਬਿਫੋਰ ਹੀ ਲੋਸਟ ਹਿਜ਼ ਆਈਸਾਈਟ, ਅੱਖਾਂ ਦੀ ਨਿਗਾਹ ਜਾਣ ਤੋਂ ਪਹਿਲਾਂ ਜਿਹੜਾ ਲੇਖਕ ਸੀ ਕੀ ਕੰਮ ਕਰਦਾ ਸੀ, ਹੀ ਵਾਜ਼ ਅ ਪੇਂਟਰ, PAIN, ਪੇਨ, ਪਹਿਲਾਂ ਪੇ ਲਿਖਣਾ, ਫਿਰ ਇਨ, ਫਿਰ TER, ਪੇਂਟਰ। ਫਿਫਥ ਹੈ ਸਾਡੇ ਕੋਲ ਦਾ ਆਥਰ ਨਿਊ ਦੈਟ ਨਯਮ ਵਾਜ਼ ਆਲਸੋ ਬਲਾਈਂਡ, ਲੇਖਕ ਨੂੰ ਪਤਾ ਸੀ ਕਿ ਜਿਹੜਾ ਨਯਮ ਆ ਉਹ ਵੀ ਅੰਨਾ ਹੈ। ਤਾਂ ਇਹ ਕੀ ਆ, ਫਾਲਸ, ਗਲਤ ਹੈ, ਉਸ ਨੂੰ ਨਹੀਂ ਪਤਾ ਸੀ ਕਿ ਉਹ ਅੰਨਾ ਹੈ। ਛੇਵਾਂ ਨਯਮ ਅਰਜ ਦਾ ਆਥਰ ਟੂ ਰੀਸਟਾਰਟ, ਨਯਮ ਨੇ ਲੇਖਕ ਨੂੰ ਬੇਨਤੀ ਕੀਤੀ ਦੁਬਾਰਾ ਸਟਾਰਟ ਕਰਨ ਦੇ ਲਈ, ਕੀ ਸਟਾਰਟ ਕਰਨ ਦੇ ਲਈ, ਪੇਂਟਿੰਗ।
6 ਨੰਬਰ ਤੇ ਟ੍ਰਾਂਸਲੇਸ਼ਨ ਦਾ ਫੋਲੋਇੰਗ ਸੈਂਟੈਂਸਸ ਫਰੋਮ ਪੰਜਾਬੀ ਟੂ ਇੰਗਲਿਸ਼। ਪੰਜਾਬੀ ਦੀ ਇੰਗਲਿਸ਼ ਬਣਾਉਣੀ ਆ। ਮੇਰੀ ਗੱਲ ਸੁਣੋ, ਲਿਸਨ ਟੂ ਮੀ। ਬਕਵਾਸ ਨਾ ਕਰੋ, ਸ਼ਟ ਅਪ। ਇਹ ਪੱਤਰ ਡਾਕ ਵਿੱਚ ਪਾ ਦਿਓ। ਪੋਸਟ ਦਿਸ ਲੈਟਰ। ਆਪਣੀਆਂ ਕਿਤਾਬਾਂ ਖੋਲ੍ਹੋ, ਓਪਨ ਯੂਅਰ ਬੁੱਕਸ। ਅੱਜ ਮੌਸਮ ਬਹੁਤ ਸੁਹਾਵਣਾ ਹੈ। ਸੁਹਾਵਣਾ ਨੂੰ ਕੀ ਕਹਿੰਦੇ? ਨਾਈਸ। ਮੌਸਮ ਨੂੰ ਵੈਦਰ। ਦ ਵੈਦਰ ਇਜ਼ ਵੈਰੀ ਨਾਈਸ ਟੂਡੇ। ਅੱਜ ਬਹੁਤ ਗਰਮੀ ਹੈ। ਇਟ ਇਜ਼ ਵੈਰੀ ਹੌਟ ਟੂਡੇ। ਤਾਂ ਟੂਡੇ ਜਿਹੜਾ ਪਿੱਛੇ ਲੈ ਕੇ ਜਾਣਾ। ਅੱਜ ਬਹੁਤ ਠੰਡ ਹੈ। ਇਟ ਇਜ਼ ਵੈਰੀ ਕੋਲਡ ਟੂਡੇ। ਮੈਚ ਦੀ ਵਰਡਸ ਵਿੱਚ ਸਾਡੇ ਕੋਲ ਪਿਕਚਰ ਦਿੱਤੀ ਹੋਈ ਹੈ। ਸਭ ਤੋਂ ਪਹਿਲਾਂ ਪਿਕਚਰ ਨੂੰ ਅਸੀਂ ਮਿਲਾਉਣਾ ਵਰਡ ਦੇ ਨਾਲ, ਵਰਡ ਨੂੰ ਅਸੀਂ ਮਿਲਾਉਣਾ ਮੀਨਿੰਗ ਦੇ ਨਾਲ। ਤਾਂ ਪਿਕਚਰ ਕਿਸ ਚੀਜ਼ ਦੀ ਹੈ? ਦੇਖਣ ਤੋਂ ਪਤਾ ਲੱਗਦਾ ਕਿ ਕੋਈ ਪੇਂਟਿੰਗ ਵਾਲੀ ਹੈ ਨਾ। ਕੈਨਵਸ ਹੈ ਇਹ, ਵਾਈਟ ਬੋਰਡ ਨਹੀਂ ਹੈ, ਇਹ ਕੈਨਵਸ ਹੈ। ਇਹ ਕੀ ਹੈ? ਕੈਨਵਸ। ਫਸਟ ਜਿਹੜਾ ਹੈਗਾ ਇਹ ਵਾਲਾ ਇਹਦੇ ਨਾਲ ਮਿਲੂਗਾ, ਕੈਨਵਸ ਦੇ ਨਾਲ। ਕੈਨਵਸ ਹੁੰਦਾ ਕੀ ਹੈ? ਇੱਕ ਸਟਰੋਂਗ ਵਾਲੇ ਨਾਲ ਮਿਲਿਆ ਜਾਏਗਾ। ਠੀਕ ਹੈ, ਇਹਦੇ ਨਾਲ ਇਹ ਸਟਰੋਂਗ ਕੱਪੜਾ ਹੁੰਦਾ ਜਿਹਦੇ ਉੱਤੇ ਆਪਾਂ ਤੇਲ ਦੀ ਪੇਂਟਿੰਗ ਕਰਦੇ ਹਾਂ। ਸੈਕਿੰਡ ਸਾਡੇ ਕੋਲ ਦਿੱਤਾ ਹੋਇਆ ਦਾ ਤੂੜੀ ਦਾ ਢੇਰ ਜਿਹੜਾ, ਤਾਂ ਇਹ ਕੀ ਆ? ਹੇ ਸਟੈਕ। ਤੂੜੀ ਦਾ ਢੇਰ ਹੈ ਤਾਂ ਇਹਨੂੰ ਆਪਾਂ ਮਿਲਾ ਦਾਂਗੇ ਇਹਦੇ ਨਾਲ, ਹੈ ਨਾ। ਪੈਕਡ ਪਾਈਲ ਆਫ ਹੇ। ਤੂੜੀ ਦਾ ਇੱਕ ਪੈਕਡ ਪਾਈਲ ਹੈ, ਉੱਤੇ ਪੁਆਇੰਟਡ ਹੁੰਦੀ ਹੈ ਟੋਪ, ਉੱਪਰੋਂ ਆਏ ਚੁੰਝ ਜੀ ਬਣੀ ਹੋਈ ਹੈ। ਤਾਂ ਨੈਕਸਟ ਥਰਡ ਨੰਬਰ 'ਤੇ ਸਾਡੇ ਕੋਲ ਪਿੰਜਰੇ ਦੀ ਪਿਕਚਰ ਹੈ। ਪਿੰਜਰਾ ਹੈ ਨਾ, ਕੇਜ। ਇਹਨੂੰ ਇੰਗਲਿਸ਼ 'ਚ ਕੀ ਕਹਿੰਦੇ ਨੇ? ਕੇਜ। ਕੇਜ ਕੀ ਹੁੰਦਾ? ਜਿਹਦੇ ਵਿੱਚ ਉਹ ਜਿਹੜਾ ਸਟਰਕਚਰ ਆਫ ਵਾਰਸ ਐਂਡ ਵਾਇਰਸ, ਤਾਰਾਂ ਦਾ ਜਿਹੜਾ ਸਟਰਕਚਰ ਹੁੰਦਾ, ਜਿਸ 'ਚ ਕਿਸੇ ਐਨੀਮਲ ਨੂੰ ਜਾਂ ਬਰਡ ਨੂੰ ਰੱਖਿਆ ਜਾਂਦਾ ਹੈਗਾ। ਇਹਦੇ ਨਾਲ ਮਿਲਾ ਦਾਂਗੇ ਆਪਾਂ ਇਹਨੂੰ। ਅੱਗੇ ਅਲੱਗ-ਅਲੱਗ ਲਾਈਨਾਂ ਆਉਣੀਆਂ, ਹੈਪਹਾਜ਼ਰਡ ਲਾਈਨਸ ਨੇ, ਉਗੜੀਆਂ ਦੁਗੜੀਆਂ ਲਾਈਨਾਂ ਨੇ। ਤਾਂ ਇਹਨੂੰ ਆਪਾਂ ਕੀ ਨੇ? ਇਹ ਇਰੈਗੂਲਰ ਨੇ, ਆਰਡਰ ਦੇ ਵਿੱਚ ਨਹੀਂ ਹੈਗੀਆਂ। ਇਹਦੇ ਨਾਲ ਆਪਾਂ ਇਹਨੂੰ ਮਿਲਾਵਾਂਗੇ। ਪੰਜਵੇਂ ਨੰਬਰ 'ਤੇ ਸਾਡੇ ਕੋਲ ਕੀ ਹੈ? ਪਾਣੀ ਦੀਆਂ ਬੂੰਦਾਂ ਜੀਆਂ ਨੇ, ਡਿਊ ਹੈ। ਡਿਊ ਕੀ ਹੁੰਦੀਆਂ ਨੇ? ਡ੍ਰੌਪਸ ਹੁੰਦੀਆਂ ਨੇ, ਬੂੰਦਾਂ ਹੁੰਦੀਆਂ ਪਾਣੀ ਦੀਆਂ। ਨਾਓ ਦ ਵਰਕਸ਼ੀਟ ਹਾਫ ਅ ਰੁਪੀ ਵਰਥ। Students, we will do now worksheet 15 after listening audio. ਅਸੀਂ ਹੁਣ ਇੱਕ ਸ਼ਬਦ ਲਿਖਾਂਗੇ ਖਾਲੀ ਥਾਵਾਂ ਦੇ ਵਿੱਚ। ਫਸਟ ਸਾਨੂੰ ਦਿੱਤੀ ਹੋਈ ਹੈ, ਇੱਕ ਵਾਰ ਇੱਕ ਅਮੀਰ ਵਪਾਰੀ ਸੀ ਜਿਸ ਦਾ ਨਾਮ ਸੁਬੀਆ ਸੀ, ਅਤੇ ਉਹ ਬਹੁਤ ਹੀ ਸ਼ਰੀਉੜ ਕੀ ਸੀ? ਵਪਾਰੀ ਸੀ, ਚਲਾਕ। ਸ਼ਰੀਉੜ ਦਾ ਮਤਲਬ ਹੁੰਦਾ ਚਲਾਕ। ਚਲਾਕ ਉਹ ਵਪਾਰੀ ਸੀ, ਚਲਾਕ। ਹੀ ਸਰਵਾਈਵਡ ਆਲ ਅਪਸ ਐਂਡ ਡਾਊਨਸ ਆਫ ਹਿਸ ਟ੍ਰੇਡ। ਆਪਣੇ ਵਪਾਰ ਦੇ ਸਭ ਉਤਾਰ ਚੜਾਅ ਨੂੰ ਪਤਾ ਸੀ। ਰਾਈਸ ਵਾਜ਼ ਇਨ ਹਿਸ ਡੈਸ਼। ਰਾਈਸ ਚੌਲ ਉਹਦੇ ਬਲੱਡ 'ਚ ਵਸਿਆ ਹੋਇਆ ਸੀ, ਖੂਨ 'ਚ। ਅਤੇ ਅੱਗੇ ਦਿੱਤਾ ਸੁਬੀਆ ਲੈਂਟ ਮਨੀ ਐਟ ਵੈਰੀ ਹਾਈ ਰੇਟ ਆਫ ਇੰਟਰਸਟ। ਉੱਚੇ ਵਿਆਜ ਦੀ ਦਰ 'ਤੇ ਉਹ ਪੈਸੇ ਦਿੰਦਾ ਸੀ। ਵਨ ਈਵਨਿੰਗ ਐਜ਼ ਹੀ ਹੈਡ ਜਸਟ। ਇੱਕ ਸ਼ਾਮ ਨੂੰ ਆਪਣੀ ਦੁਕਾਨ ਕੀ ਕਰਨ ਵਾਲਾ ਸੀ? ਕਲੋਜ਼ਡ। ਕਿ ਹਿਜ਼ ਸ਼ੋਪ ਅ ਪਰਸਨ ਕੇਮ ਟੂ ਹਿਮ ਟੂ ਬਾਈ ਸਮ ਰਾਈਸ। ਇੱਕ ਆਦਮੀ ਉਸਦੇ ਕੋਲ ਚੌਲ ਖਰੀਦਣ ਆਇਆ ਅਤੇ ਉਹ ਸ਼ੋਪ ਬੰਦ ਕਰਨ ਵਾਲਾ ਸੀ। ਹੀ ਰਿਕੁਐਸਟਡ ਹਿਮ ਟੂ ਗਿਵ ਹਿਮ ਰਾਈਸ ਡੈਸ਼ ਅ ਹਾਫ ਰੁਪੀ। ਤਾਂ ਉਹ ਕਹਿੰਦਾ ਮੈਨੂੰ ਅੱਧੇ ਰੁਪਏ ਦੇ ਸਿਰਫ ਬਰਥ ਜਿਹੜੇ ਹੈਗੇ ਆ, ਅੱਧੇ ਰੁਪਏ ਦੇ ਚਾਵਲ ਦਿਓ, ਬੇਨਤੀ ਕੀਤੀ ਉਸਨੇ। ਸੁਬੀਆ ਰਿਫਿਊਜ਼ ਟੂ ਗਿਵ ਹਿਮ ਰਾਈਸ ਬਟ ਐਟ ਲਾਸਟ ਹੀ ਐਗਰੀਡ ਟੂ ਗਿਵ ਹਿਮ ਓਨਲੀ ਹਾਫ ਅ ਸੇ ਫੋਰ ਡੈਸ਼ ਆਨਾਸ। ਅਤੇ ਅੰਤ ਦੇ ਵਿੱਚ ਉਹ ਉਹਨੂੰ ਕਿੰਨੇ ਆਨਾ ਦੇ ਵਿੱਚ ਚੌਲ ਦੇਣ ਲਈ ਰਾਜੀ ਹੋ ਗਿਆ? 8 ਆਨਾਸ। ਦੈਨ ਟੈਲ ਸਟੂਡੈਂਟਸ, ਹੁਣ ਦੱਸੋ ਹੂ ਇਜ਼ ਟਾਕਿੰਗ ਟੂ ਦ ਰਿਸੈਪਸ਼ਨਿਸਟ। ਤਾਂ ਰਿਸੈਪਸ਼ਨਿਸਟ ਨਾਲ ਕੌਣ ਗੱਲਾਂ ਕਰ ਰਿਹਾ ਸੀ? ਪਹਿਲੇ ਤਾਂ ਹੈ ਸੋਫੀਆ। ਠੀਕ ਹੈ, ਰਿਸੈਪਸ਼ਨਿਸਟ ਨਾਲ ਕੌਣ ਗੱਲਾਂ ਕਰ ਰਿਹਾ ਸੀ? ਸੋਫੀਆ। ਵਾਟ ਡਜ਼ ਸੋਫੀਆ ਆਸਕ ਦ ਰਿਸੈਪਸ਼ਨਿਸਟ ਫੋਰ। ਤਾਂ ਕਿਹਦੇ ਬਾਰੇ ਉਹ ਗੱਲ ਕਰ ਰਹੀ ਸੀ? ਉਹ ਗੱਲ ਕਰ ਰਹੀ ਸੀ ਕਿ ਉਸਨੇ ਅਪੋਇੰਟਮੈਂਟ ਲੈਣੀ ਸੀ। ਠੀਕ ਹੈ। ਐਟ ਵਾਟ ਟਾਈਮ ਡਜ਼ ਦ ਰਿਸੈਪਸ਼ਨਿਸਟ ਫਿਕਸ ਦ ਅਪੋਇੰਟਮੈਂਟ। ਅਪੋਇੰਟਮੈਂਟ ਜਿਹੜੀ ਸੀ ਉਹਨੇ ਕਿਹੜੇ ਟਾਈਮ 'ਤੇ ਫਿਕਸ ਕੀਤੀ? 9 PM, ਸ਼ਾਮ ਦੇ ਰਾਤ ਦੇ 9 ਵਜੇ ਤੱਕ ਦੀ ਉਹਨੇ ਜਿਹੜੀ ਅਪੋਇੰਟਮੈਂਟ ਫਿਕਸ ਕੀਤੀ। ਫੋਰਥ ਹੈ ਹੂ ਡਜ਼ ਸੋਫੀਆ ਆਸਕ ਦ ਰਿਸੈਪਸ਼ਨਿਸਟ ਟੂ ਟੈਲ ਦ ਡਾਕਟਰ। ਡਾਕਟਰ ਨੂੰ ਕੀ ਦੱਸਣ ਵਾਸਤੇ ਕਿਹਾ? ਉਸਨੇ ਆਪਣਾ ਫੋਨ। ਠੀਕ ਹੈ, ਹਰ ਫੋਨ। ਫਿਫਥ ਹੈ ਵਾਟ ਡਜ਼ ਦ ਰਿਸੈਪਸ਼ਨਿਸਟ ਆਸਕ ਸੋਫੀਆ ਟੂ ਬ੍ਰਿੰਗ ਵਿਦ ਹਰ। ਉਸਨੇ ਕੀ ਕਿਹਾ ਵੀ ਤੂੰ ਆਪਣੇ ਨਾਲ ਕੀ ਲੈ ਕੇ ਆਈ? ਆਪਣੀਆਂ ਰਿਪੋਰਟਸ। ਹੁਣ ਅਸੀਂ ਕਰਾਂਗੇ ਸਪੀਕਿੰਗ ਸਕਿੱਲ।
ठीक है। ਅਸੀਂ ਬੋਲਣਾ ਹੈ, ਸਾਡੇ ਕੋਲ ਪਿਕਚਰ ਦਿੱਤੀ ਹੋਈ ਹੈ ਅਤੇ ਕਿਉਂ ਵਰਡਸ ਦਿੱਤੇ ਹੋਏ ਨੇ। ਅਸੀਂ ਸੂਬੀਆ ਦੀਆਂ ਵਿਸ਼ੇਸ਼ਤਾਵਾਂ ਦੱਸਣੀਆਂ, ਕੁਆਲਿਟੀਜ਼ ਦੱਸਣੀਆਂ ਕਿ ਸੂਬੀਆ ਦੇ ਬਾਰੇ ਦੱਸਣਾ ਕੌਣ ਸੀ, ਕਿਵੇਂ ਦਾ ਬੰਦਾ ਸੀ। ਤਾਂ ਸੂਬੀਆ ਕੀ ਸੀ? ਪਹਿਲੇ ਨੰਬਰ 'ਤੇ ਆਪਾਂ ਲਿਖਾਂਗੇ ਹੀ ਵਾਜ਼ ਅ ਰਾਈਸ ਮਰਚੈਂਟ। ਉਹ ਇੱਕ ਵਪਾਰੀ ਸੀ। ਅਸੀਂ ਦੱਸਾਂਗੇ ਬੋਲ ਕੇ। ਹੀ ਵਾਜ਼ ਓਪਰਚੁਨਿਸਟ, ਹੀ ਵਾਜ਼ ਗ੍ਰੀਡੀ, ਉਹ ਲਾਲਚੀ ਸੀ। ਹੀ ਵਾਜ਼ ਕਰਪਟ, ਭ੍ਰਿਸ਼ਟ ਸੀ। ਹੀ ਵਾਜ਼ ਡਿਸਓਨੈਸਟ, ਉਹ ਬੇਈਮਾਨ ਸੀ। ਹੀ ਵਾਜ਼ ਮਰਸੀਲੈਸ, ਦਇਆ ਤੋਂ ਰਹਿਤ ਸੀ। ਹੀ ਵਾਜ਼ ਕੇਅਰਿੰਗ ਫਾਦਰ। ਹੀ ਵਾਜ਼ ਲਿਖ ਕੇ ਆਪਾਂ ਸਾਰੀਆਂ ਲਾਈਨਾਂ ਕੇਅਰਿੰਗ ਹਸਬੈਂਡ ਸੀ। ਅਗਲੇ ਸਾਡੇ ਕੋਲ ਕਨਵਰਸੇਸ਼ਨ ਦਿੱਤੀ ਹੋਈ ਹੈ, ਡਾਇਲੋਗਸ ਬੋਲਣੇ ਨੇ ਆਪਾਂ ਨੇ। ਇੱਕ ਸੋਨੂੰ ਆ ਅਤੇ ਇੱਕ ਮੋਨੂ ਹੈ। ਦੀਵਾਲੀ ਦੇ ਉੱਤੇ ਉਹਨਾਂ ਨੇ ਬੋਲਣਾ, ਠੀਕ ਹੈ। ਦੀਵਾਲੀ ਸੈਲੀਬ੍ਰੇਸ਼ਨ 'ਤੇ ਸੋਨੂੰ ਕਹੂਗਾ ਹੈਲੋ ਮੋਨੂ, ਹਾਊ ਆਰ ਯੂ, ਤੁਸੀਂ ਕਿਵੇਂ ਹੋ? ਉਸ ਤਰ੍ਹਾਂ ਉਦੋਂ ਮੋਨੂ ਕਹੂਗਾ ਆਈ ਐਮ ਡੂਇੰਗ ਗ੍ਰੇਟ, ਵਾਟ ਅਬਾਊਟ ਯੂ, ਤੁਹਾਡੇ ਬਾਰੇ ਕੀ ਹੈ? ਮੈਂ ਤਾਂ ਠੀਕ ਹੈ। ਇਸ ਤਰ੍ਹਾਂ ਉਹ ਗੱਲ ਸਾਰੀ ਜਿਹੜੀ ਪੂਰੀ ਕਰਨਗੇ ਅਤੇ ਆਪਣੀ ਇੰਗਲਿਸ਼ ਦੇ ਵਿੱਚ ਵਿਦਿਆਰਥੀ ਸੁਧਾਰ ਲਿਆਉਣਗੇ। ਰਾਈਟਿੰਗ ਸਕਿੱਲ ਦੇ ਵਿੱਚ ਅਸੀਂ ਲਿਖਣਾ 4th ਨੰਬਰ 'ਤੇ ਸੂਬੀਆ ਹੈਜ਼ ਅ ਰਾਈਸ ਸ਼ੋਪ। ਸੂਬੀਆ ਕੋਲ ਇੱਕ ਚੌਲ ਦੀ ਦੁਕਾਨ ਹੈ ਅਤੇ ਉਸਦੇ ਕੋਲ ਡਿਫਰੈਂਟ ਟਾਈਪਸ, ਅਲੱਗ ਅਲੱਗ ਟਾਈਪਸ ਦੇ ਚੌਲ ਨੇ। ਉਹਦੇ 'ਤੇ ਆਪਾਂ ਇਸ਼ਤਿਹਾਰ ਲਿਖਣਾ, ਐਡਵਰਟਾਈਜ਼ਮੈਂਟ ਲਿਖਣੀ ਹੈ। ਐਡਵਰਟਾਈਜ਼ਮੈਂਟ 'ਚ ਸਭ ਤੋਂ ਪਹਿਲਾਂ ਆਪਾਂ ਕਹਾਂਗੇ ਕੰਗਰੈਟਸ, 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 ਵਧਾਈਆਂ ਵਧਾਈਆਂ ਵਧਾਈਆਂ। ਰਾਈਸ ਸ਼ੋਪ ਵਿੱਚ ਇਜ਼ ਓਪਨਡ ਇਨ ਯਰ ਟਾਊਨ, ਤੁਹਾਡੇ ਕਸਬੇ ਦੇ ਵਿੱਚ ਇੱਕ ਨਵੀਂ ਰਾਈਸ ਜਿਹੜੀ ਸ਼ੋਪ ਹੈ ਉਹ ਖੁੱਲ੍ਹ ਗਈ ਹੈ। ਫਿਰ ਇਹਦੇ ਦੱਸ ਦਾਂਗੇ ਵਿਸ਼ੇਸ਼ਤਾਵਾਂ ਕੀ ਨੇ, ਜਿਵੇਂ ਲੋ ਪ੍ਰਾਈਸ, ਪਿਓਰ ਰਾਈਸ, ਗੁੱਡ ਕੁਆਲਿਟੀ, ਡਿਫਰੈਂਟ ਟਾਈਪਸ ਆਫ ਰਾਈਸ, ਅਤੇ ਅੱਜ ਹੀ ਇਸ ਦੁਕਾਨ 'ਤੇ ਆਓ। 5ਵੇਂ ਨੰਬਰ 'ਤੇ ਓਬਜੈਕਟਿਵ ਟਾਈਪ ਕੁਐਸਚਨ, ਛੋਟੇ ਛੋਟੇ ਇੱਕ ਨੰਬਰ ਦੇ ਕੁਐਸਚਨ। ਪਹਿਲਾ ਸਾਡੇ ਕੋਲ ਸੂਬੀਆ ਵਾਜ਼ ਅ ਰਾਈਸ ਮਰਚੈਂਟ, ਤਾਂ ਚੌਲਾਂ ਦੇ ਵਪਾਰੀ ਸੀ ਆਪਣਾ ਸੂਬੀਆ, ਯੈਸ ਟਰੂ। ਸੈਕਿੰਡ ਹੈ ਸੂਬੀਆ ਹੈਡ ਡੈਸ਼ ਚਿਲਡਰਨ, ਕਿੰਨੇ ਬੱਚੇ ਸੀ? 5 ਬੱਚੇ। ਤੀਸਰਾ ਹੈ ਸੂਬੀਆਜ਼ ਪ੍ਰੋਫਿਟ ਡੈਸ਼ ਡਿਊਰਿੰਗ ਦਾ ਵਾਰ, ਯੁੱਧ ਲੱਗ ਗਿਆ ਤਾਂ ਯੁੱਧ ਦੇ ਦੌਰਾਨ ਉਸਦਾ ਲਾਭ ਕੀ ਹੋਇਆ ਸੀ? ਘਟ ਗਿਆ ਕਿ ਵੱਧ ਗਿਆ? ਤਾਂ ਇਨਕਰੀਜ਼, ਵੱਧ ਗਿਆ, ਕਿਉਂਕਿ ਉਹਨੇ ਜ਼ਿਆਦਾ ਵਿਆਜ 'ਤੇ ਪੈਸੇ ਦੇਣੇ ਸਟਾਰਟ ਕਰਤੇ ਸੀ। ਚੌਥੇ ਨੰਬਰ 'ਤੇ ਵੇਅਰ ਡਿਡ ਸੂਬੀਆਜ਼ ਵਾਈਫ ਟੇਕ ਇਟ ਟੂ ਦਾ ਮੈਨ, ਕਿੱਥੇ ਲੈ ਗਈ ਸੀ ਉਹ ਉਸ ਆਦਮੀ ਨੂੰ ਜਿਹੜਾ ਚੌਲ ਲੈਣ ਆਇਆ ਸੀ? ਉਹਨੂੰ ਇੱਕ ਸੀਕ੍ਰੇਟ ਗੁਪਤ ਗੋਦਾਮ ਦੇ ਵਿੱਚ ਲੈ ਕੇ ਗਈ ਸੀ ਨਾ, ਗੋਦਾਮ। ਪੰਜਵਾਂ ਆਪਣੇ ਕੋਲ ਜੀ ਸੂਬੀਆ ਡਾਈਡ ਇਨ ਅ ਰੋਡ ਐਕਸੀਡੈਂਟ, ਸੜਕ ਦੇ ਐਕਸੀਡੈਂਟ ਦੇ ਵਿੱਚ ਉਹਦੀ ਡੈਥ ਹੋ ਗਈ ਸੀ। ਤਾਂ ਇਹ ਕੀ ਹੈ? ਗਲਤ, ਕਿਉਂਕਿ ਸੜਕ ਨਹੀਂ, ਉਹ ਕੀ ਹੋ ਗਿਆ ਸੀ? ਗੋਡਾਊਨ ਦੇ ਵਿੱਚ ਹੀ ਬੋਰੀਆਂ ਦੇ ਢੇਰ ਦੇ ਥੱਲੇ ਦੱਬ ਕੇ ਉਹਦੀ ਮੌਤ ਹੋ ਗਈ ਸੀ। ਸੂਬੀਆ ਵਾਜ਼ ਬਰੀਡ ਅੰਡਰ ਦਾ ਬੈਗਸ ਐਂਡ ਡਾਈਡ, ਯੈਸ। ਹੁਣ ਆਪਾਂ ਗੱਲ ਕੀਤੀ ਹੈ ਕਿ ਚੌਲ ਲੈਣ ਗਿਆ ਸੀ ਅਤੇ ਬੋਰੀਆਂ ਥੱਲੇ ਦੱਬ ਕੇ ਮਰ ਗਿਆ। ਟਰਾਂਸਲੇਸ਼ਨਾਂ 6 ਨੰਬਰ 'ਤੇ ਅਸੀਂ ਕੀ ਕਰਨਾ? ਪੰਜਾਬੀ ਤੋਂ ਇੰਗਲਿਸ਼ ਬਣਾਉਣੀ ਹੈ। ਮੈਂ ਇੱਕ ਵਿਦਿਆਰਥੀ ਹਾਂ, ਆਈ ਐਮ ਅ ਸਟੂਡੈਂਟ। ਅੱਜ ਹਵਾ ਬੰਦ ਹੈ, ਇਟ ਇਜ਼ ਕਲੋਜ਼ਡ ਟੂਡੇ, ਅੱਜ ਬੰਦ ਹੈ। ਇਹ ਖਬਰ ਸੱਚੀ ਹੈ, ਇਹਨੂੰ ਕਹਿੰਦੇ ਆ ਦਿਸ ਨਿਊਜ਼ ਇਜ਼ ਟਰੂ। ਦਿੱਲੀ ਭਾਰਤ ਦੀ ਰਾਜਧਾਨੀ ਹੈ, ਦਿੱਲੀ ਇਜ਼ ਦਾ ਕੈਪੀਟਲ ਆਫ ਇੰਡੀਆ। ਸਾਡੀ ਜਮਾਤ ਵਿੱਚ 10 ਕੁੜੀਆਂ ਹਨ, ਦੇਅਰ ਆਰ 10 ਗਰਲਸ ਇਨ ਅਵਰ ਕਲਾਸ। ਭਾਰਤ ਤਿਉਹਾਰਾਂ ਦੀ ਧਰਤੀ ਹੈ, ਇੰਡੀਆ ਇਜ਼ ਦਾ ਲੈਂਡ ਆਫ ਫੈਸਟੀਵਲਸ। ਮੈਂ ਅੱਜ ਠੀਕ ਮਹਿਸੂਸ ਨਹੀਂ ਕਰ ਰਹੀ ਹਾਂ, ਆਈ ਐਮ ਨੋਟ ਫੀਲਿੰਗ ਵੈਲ ਟੂਡੇ। ਕਿਉਂ ਆਪਾਂ ਫੀਲਿੰਗ ਲਗਾਇਆ? ਕਿਉਂਕਿ ਰਹੀ, ਜਿੱਥੇ ਵੀ ਰਿਹਾ, ਰਹੀ, ਰਹੇ ਹਨ ਆਊਗਾ, ਉੱਥੇ ਆਪਾਂ ਪਹਿਲੀ ਫੋਰਮ ਦੇ ਨਾਲ, ਵਰਬ ਦੇ ਨਾਲ ING ਲਗਾਵਾਂਗੇ। ਸੋ ਆਈ ਐਮ ਨੋਟ ਫੀਲਿੰਗ ਵੈਲ ਟੂਡੇ। ਸਟੂਡੈਂਟਸ, ਨਾਓ ਵੀ ਹੈਵ ਪਿਕਚਰ, ਇੱਕ ਤਸਵੀਰ ਹੈ, ਵਰਡਸ ਨੇ, ਉਹ ਸ਼ਬਦ ਨੂੰ ਕੀ ਕਹਿੰਦੇ ਨੇ, ਉਹਨੂੰ ਪਿਕਚਰ ਨੂੰ ਕੀ ਕਹਿੰਦੇ ਨੇ, ਫਿਰ ਉਹਨਾਂ ਦੇ ਮੀਨਿੰਗ ਨੇ। ਮੈਚ ਕਰਾਂਗੇ। ਪਹਿਲਾਂ ਸਭ ਤੋਂ ਪਹਿਲਾਂ ਆਪਾਂ ਨੂੰ ਕੀ ਦਿਖਾਈ ਦੇ ਰਿਹਾ? ਇਹ ਕੀ ਦਿਖਾਈ ਦੇ ਰਿਹਾ ਤੁਹਾਨੂੰ? ਗੱਟੇ ਜਿਹੇ ਨੇ ਨਾ, ਤਾਂ ਇਹ ਕੀ ਹੈ? ਸੈਕ। ਸੈਕ ਮੈਨੇ ਬੋਰੀਆਂ, ਗੱਟੇ, ਠੀਕ ਹੈ। ਸੈਕ ਕੀ ਹੁੰਦਾ ਹੈ? ਬੈਗ ਹੁੰਦੇ ਨੇ, ਲਾਰਜ ਬੈਗ। ਪਹਿਲੇ ਨੂੰ ਪਹਿਲੇ ਨਾਲ ਹੀ ਮਿਲਾਵਾਂਗੇ। ਬੈਗ ਹੁੰਦਾ ਵੱਡਾ ਸਾਰਾ, ਜਿਹਦੇ 'ਚ ਆਪਾਂ ਕੋਈ ਗੁੱਡਸ, ਚੀਜ਼ਾਂ ਸੰਭਾਲ ਕੇ ਰੱਖਦੇ ਹਾਂ, ਬੈਗ। ਅੱਛਾ। ਸੈਕਿੰਡ ਸਾਨੂੰ ਕੀ ਦਿਖਾਈ ਦੇ ਰਿਹਾ? ਆਪਾਂ ਨੂੰ ਕਾਫੀ ਅਲੱਗ ਅਲੱਗ ਤਰ੍ਹਾਂ ਦੇ ਕੀ ਦਿਖਾਈ ਦੇ ਰਹੇ ਨੇ? ਅਨਾਜ, ਜਿਵੇਂ ਵਿੱਚ ਹੀ ਆਪਾਂ ਨੂੰ ਦਾਲਾਂ ਦਿਖਾਈ ਦੇ ਰਹੀਆਂ ਨੇ, ਹਰੀਆਂ ਦਾਲਾਂ ਹੈ ਨਾ, ਅਤੇ ਪੀਲੀਆਂ ਦਾਲਾਂ। ਤਾਂ ਇਹ ਕੀ ਹੈ? ਗ੍ਰੇਨਸ ਰਾਜੇ, ਠੀਕ ਹੈ। ਸੈਕਿੰਡ ਕੀ ਹੈ? ਗ੍ਰੇਨਸ। ਗ੍ਰੇਨਸ ਨੂੰ ਗ੍ਰੇਨਸ ਨਾਲ ਮਿਲਾਵਾਂਗੇ। ਗ੍ਰੇਨਸ ਕੀ ਹੁੰਦੇ ਨੇ? ਜਿਵੇਂ ਕਣਕ ਅਤੇ ਹੋਰ ਤਰ੍ਹਾਂ ਦੇ ਫੂਡ ਦੇ ਜਿਹੜੇ ਅਨਾਜ, ਸੀਰੀਅਲਸ ਸੈਕਿੰਡ ਦੇ ਨਾਲ ਆਏਗਾ। ਅੱਗੇ ਸਾਨੂੰ ਟੁਕੜੀਆਂ ਜਿਹੀਆਂ ਲੱਗਦੀਆਂ, ਜਿਵੇਂ ਮਿੱਟੀ ਦੀਆਂ ਨਾ, ਸੁੱਕ ਕੇ ਪਾਪੜੀਆਂ ਜਿਹੀਆਂ ਬਣ ਜਾਂਦੀਆਂ ਨੇ। ਤਾਂ ਇਹ ਕੀ ਆਪਣੇ ਕੋਲ? ਸੋਕਾ ਪੈ ਰਿਹਾ ਹੈ ਨਾ, ਮੀਂਹ ਪਿਆ ਨਹੀਂ ਅਤੇ ਉਹ ਟੁਕੜੀਆਂ ਜਿਹੀਆਂ ਬਣ ਗਈਆਂ, ਇਸ ਕਰਕੇ ਥਰਡ ਨੂੰ ਇਹਦੇ ਨਾਲ ਮਿਲਾਵਾਂਗੇ। ਤਾਂ ਇਹ ਕੀ ਹੋ ਗਿਆ? ਸਾਡਾ ਇਹ ਜਿਹਾ ਪੀਰੀਅਡ ਹੋ ਗਿਆ ਜਿਹਦੇ ਵਿੱਚ ਵਾਟਰ ਨਹੀਂ ਹੋਇਆ, ਠੀਕ ਹੈ। ਪੀਰੀਅਡ, ਲੰਬਾ ਪੀਰੀਅਡ ਜਿਹਦੇ 'ਚ ਰੇਨਫੋਲ ਘੱਟ ਹੋਈ ਹੈ। ਅੱਗੇ ਇੱਕ ਮੋਟੂ ਜਿਹਾ ਢਿੱਡ ਦਿਖਾਈ ਦੇ ਰਿਹਾ ਆਪਾਂ ਨੂੰ ਚੌਥੇ ਨੰਬਰ ਦੇ ਉੱਤੇ। ਤਾਂ ਕਿ ਇਹ ਕੀ ਹੈ? ਰੋਟਨ।
ਰੋਟੈਂਟ ਕੀ ਹੁੰਦਾ? ਫੈਟ ਪਰਸਨ। ਮੋਟੂ ਪਤਲੂ 'ਚ ਹੁੰਦਾ ਨਾ ਮੋਟੂ, ਤਾਂ ਰੋਟੈਂਟ ਅ ਫੈਟ ਪਰਸਨ। ਤਾਂ ਇਹਦੇ ਵਿੱਚ ਆਪਣੇ ਕੋਲ ਕੀ ਘਰ ਦਿਖਾਈ ਦੇ ਰਿਹਾ, ਉੱਤੇ ਵੈਂਟੀਲੇਸ਼ਨ ਜਿਹਦੇ ਵਿੱਚ ਹਵਾ ਨਿਕਲਦੀ ਹੈ, ਠੀਕ ਹੈ। ਬਾਰੀਆਂ ਜਿਹੀਆਂ ਰੱਖ ਲੈਂਦੇ ਹਾਂ ਆਪਾਂ, ਉੱਪਰ ਰੋਸ਼ਨਦਾਨ ਜੇ, ਤਾਂ ਰੋਸ਼ਨਦਾਨਾਂ ਨੂੰ ਕੀ ਕਹਿੰਦੇ? ਵੈਂਟੀਲੇਟਰ। ਅਤੇ ਸਪੇਸ ਕਿਹੜੀ ਹੁੰਦੀ ਹੈ ਇਹ, ਜਿਹਦੇ ਰਾਹੀਂ ਆਪਾਂ ਕੀ ਕਰਦੇ ਹਾਂ, ਆਪਣਾ ਹਵਾ ਜਿਹੜੀ ਹੈ, ਰੋਸ਼ਨੀ ਜਿਹੜੀ ਹੈ ਅੰਦਰ ਆਉਂਦੀ ਹੈ। ਥੈਂਕ ਯੂ ਸਟੂਡੈਂਟਸ ਫॉर watching and we will be meet again with next video.